ਦਰਸ਼ਕਾਂ ਨੂੰ ਸੁਭਾਸ਼ ਸ਼ਰਮਾ ਦਾ ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅੱਜ ਦੇ ਮੁੱਦੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਅੱਜ ਦੇ ਮਹਿਮਾਨ ਨੇ ਸਰਦਾਰ ਇੰਦਰਦੀਪ ਸਿੰਘ ਜੀ। ਆਓ ਪਹਿਲਾਂ ਨਾਲ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਿਲਕੁਲ ਠੀਕ ਹੈ, ਫਸਟ ਕਲਾਸ। ਕਰੀਏ ਪ੍ਰੋਗਰਾਮ ਸ਼ੁਰੂ? ਹਾਂਜੀ ਪਲੀਜ਼। ਦਰਸ਼ਕੋ, ਦੁਨੀਆ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਘਟਨਾ ਘਟਦੀ ਹੈ ਤੇ ਕਈ ਘਟਨਾਵਾਂ ਐਸਾ ਤਸੱਲੀ ਮਚਾਉਂਦੀਆਂ ਨੇ ਜਾਂ ਐਸੀ ਅਸ਼ਾਂਤੀ ਦਿੰਦੀਆਂ ਨੇ ਔਰ ਫਿਕਰ ਵੀ ਦਿੰਦੀਆਂ ਨੇ ਕਿ ਦੁਨੀਆ 'ਚ ਹੋ ਕੀ ਰਿਹਾ। ਆਰਥਿਕ ਸੰਕਟ ਸਾਰੇ ਸੰਸਾਰ ਦੇ ਵਿੱਚ ਫਿਰ ਦੁਬਾਰਾ ਉੱਭਰ ਰਿਹਾ, ਲੇਕਿਨ ਅੱਜ ਅਸੀਂ ਏਸ਼ੀਆ ਦੇ ਇੱਕ ਐਸੇ ਕੰਟਰੀ ਜਿਹੜਾ ਅਹਿਮ ਕੰਟਰੀ ਹੈ ਸ਼੍ਰੀਲੰਕਾ, ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਕਿ ਉਹਦਾ ਸਾਰਾ ਹੀ ਇਨਫਰਾਸਟਰਕਚਰ ਜਿਹੜਾ ਸੀ ਜਾਂ ਕੰਟਰੀ ਦੀ ਸਾਰੀ ਹੀ ਇਕੋਨਮੀ ਔਰ ਕੰਟਰੀ ਦਾ ਸਾਰਾ ਸਿਸਟਮ ਤਹਿਸ਼ ਨਹਿਸ਼ ਹੋ ਗਿਆ। ਈਵਨ ਕਿ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਸਨ ਉਹ ਵੀ ਰਾਤੋਂ ਰਾਤ ਦੇਸ਼ ਛੱਡ ਕੇ ਭੱਜ ਗਏ ਔਰ ਪਹਿਲਾਂ ਤੇ ਉਹ ਮਾਲਦੀਵ 'ਚ ਗਏ, ਉਸ ਤੋਂ ਬਾਅਦ ਉਹ ਸਿੰਗਾਪੁਰ ਜਾ ਕੇ ਚਲੇ ਗਏ ਔਰ ਬੜੀ ਗ੍ਰਿਪ ਸੀ ਉਹਦਾ ਰਾਸ਼ਟਰਪਤੀ ਦਾ ਸ਼੍ਰੀਲੰਕਾ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ। ਕੀ ਕਾਰਨ ਨੇ ਕਿ ਸ਼੍ਰੀਲੰਕਾ ਇੱਕ ਐਡਾ ਵਧੀਆ ਕੰਟਰੀ ਸੀ, ਆਈਲੈਂਡ ਦਾ ਦੀਪ ਦਾ ਕੰਟਰੀ ਸੀ, ਉਹਦੀ ਆਰਥਿਕਤਾ ਤਹਿਸ਼ ਨਹਿਸ਼ ਕਿਉਂ ਹੋ ਗਈ? ਉਹਦੇ ਕੀ ਕਾਰਨ ਨੇ? ਕੀ ਧਾਰਮਿਕ ਕਾਰਨ ਨੇ, ਜਾਂ ਉੱਥੇ ਦੀ ਐਕਸਟ੍ਰੀਮ ਕਰਪਸ਼ਨ ਹੈ, ਜਾਂ ਆਟੋਕ੍ਰੇਸੀ ਜਿਹਨੂੰ ਕਹਿੰਦੇ ਆਪਾਂ ਉਹ ਸੀ, ਜਾਂ ਕਿਸੇ ਦੀ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਆਪਾਂ ਜਿੱਦਾਂ ਡਿਕਟੇਟਰਸ਼ਿਪ ਚਲਾਉਂਦੇ ਆ ਉਹ ਕਾਰਨ ਸੀ, ਜਾਂ ਲੋਕ ਜਿਹੜੀ ਕੌਮਾਂ ਨੇ ਉੱਥੋਂ ਦੇ ਡਿਫਰੈਂਟ ਕੰਬੋਡੀਜ਼ ਨੇ, ਸ਼੍ਰੀਲੰਕਾ ਨੇ ਔਰ ਸਲੈਂਡਲੀ ਨੇ ਔਰ ਮੁਸਲਿਮ ਨੇ, ਉਹਨਾਂ ਦਾ ਆਪੋਸਲਾ ਕਲੈਸ਼ ਸੀ। ਇਹ ਸਾਰੀਆਂ ਗੱਲਾਂ ਦਾ ਜਾਂ ਓਵਰ ਡਿਊ ਜਿਹਨੂੰ ਕਹਿੰਦੇ ਆਪਾਂ ਇਨਫਰਾਸਟਰਕਚਰ ਦੇ ਨਾਂ ਦੇ ਉੱਤੇ ਅਸੀਂ ਕਰਜ਼ਾ ਲੈ ਲੈਂਦੇ ਹਾਂ ਵਰਲਡ ਬੈਂਕ ਤੋਂ ਜਾਂ ਹੋਰ ਕੰਟਰੀਜ਼ ਤੋਂ ਔਰ ਉਹਨੂੰ ਅਨਪਲੈਨ ਖਰਚਾ ਕਰ ਦਿੰਦੇ ਆ ਔਰ ਰਿਕਵਰੀ ਉਹਦੀ ਨਹੀਂ ਹੁੰਦੀ, ਤਾਂ ਵੀ ਮੈਂ ਸਮਝਦਾ ਕਿ ਜਿਹੜੀ ਆਰਥਿਕਤਾ ਉਹ ਬੜੀ ਕ੍ਰਾਈਸਿਸ ਚਲੇ ਜਾਂਦੀ ਹੈ ਔਰ ਉਹਦਾ ਅਸਰ ਜਿਹੜਾ ਆ ਹਿੰਦੁਸਤਾਨ 'ਤੇ ਵੀ ਪੈਣਾ ਲਾਜ਼ਮੀ ਹੈ ਕਿਉਂਕਿ ਗੁਆਂਢੀ ਮੁਲਕ ਹੈ ਔਰ ਹਿੰਦੁਸਤਾਨ ਦੇ ਵੀ ਇਸੇ ਤਰ੍ਹਾਂ ਹੀ ਵਿਕਾਸ ਔਰ ਇਨਫਰਾਸਟਰਕਚਰ ਡੇ ਬਾਈ ਡੇ ਸੜਕਾਂ ਇਹ ਉਹ ਡਿਵੈਲਪ ਹੋ ਰਿਹਾ ਹੈ, ਉਹਦਾ ਵੀ ਸਾਨੂੰ ਲੈਸਨ ਲੈਣ ਦੀ ਲੋੜ ਹੈ ਔਰ ਅਸੀਂ ਪਿਛਲੱਗੂ ਜਿਹੇ ਬਣਦੇ ਜਾ ਰਹੇ ਹਾਂ ਸੰਸਾਰ ਦੇ। ਜਿਸ ਤਰ੍ਹਾਂ ਐਡਵਾਂਸ ਕੰਟਰੀਆਂ ਨੇ, ਅਮਰੀਕਾ, ਉਹਦਾ ਇਨਫਰਾਸਟਰਕਚਰ ਸੜਕਾਂ ਬਣਾ ਕੇ ਉਹਨਾਂ ਨੇ ਬੜਾ ਡਿਵੈਲਪ ਕੀਤਾ ਔਰ ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਅਮਰੀਕਾ ਵੀ ਉਸੇ ਰਸਤੇ 'ਤੇ ਹੀ ਹੈ ਕਿਉਂਕਿ ਉਹਨਾਂ ਦੀ ਕੈਲੀਫੋਰਨੀਆ, ਟੈਕਸਾਸ, ਉੱਥੇ ਵੀ ਜਿਹੜਾ ਇਨਫਰਾਸਟਰਕਚਰ ਡਿਵੈਲਪ ਕੀਤਾ ਸੀ ਉਹ ਸਾਜ਼ਗਾਰ ਨਹੀਂ ਹੋਇਆ ਔਰ ਉੱਥੋਂ ਦੀ ਇਕਾਨਮੀ ਵੀ ਜਿਹੜੀ ਆ ਡਾਵਾਂਡੋਲ ਆ ਔਰ ਉੱਥੋਂ ਦੇ ਲੋਕ ਵੀ ਡਿਫਰੈਂਟ ਐਕਸਟ੍ਰੀਮ ਮੂਵਮੈਂਟਸ ਨੂੰ ਹਵਾ ਦੇ ਰਹੇ ਨੇ। ਆਓ ਆਪਾਂ ਜਾਣਦੇ ਹਾਂ ਸਰਦਾਰ ਇੰਦਰਦੀਪ ਸਿੰਘ ਹੋਰਾਂ ਕੋਲੋਂ ਕਿ ਜਿਹੜਾ ਸ਼੍ਰੀਲੰਕਾ ਦਾ ਕ੍ਰਾਈਸਿਸ ਆ ਇਹਦੇ ਕੀ ਕਾਰਨ ਨੇ ਔਰ ਕਿਉਂ ਇੰਨਾ ਜ਼ਿਆਦਾ ਜਲਦੀ ਇੱਕਦਮ ਸਾਲ ਡੇਢ ਸਾਲ ਦੇ ਵਿੱਚ ਇਹ ਸਾਹਮਣੇ ਆ ਗਿਆ ਔਰ ਉੱਥੋਂ ਦੀ ਜੀ ਸਰਕਾਰ ਆ ਉੱਥੋਂ ਦੀ ਉਹ ਵੀ ਤਹਿਸ਼ ਨਹਿਸ਼ ਹੋ ਗਈ ਔਰ ਉੱਥੋਂ ਦੇ ਰਾਸ਼ਟਰਪਤੀ ਜਿਹੜੇ ਜਿਹਦਾ ਗ੍ਰਿਪ ਸੀ ਉਸ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ, ਉੱਥੇ ਰਾਜਨੀਤੀ ਦੇ ਉੱਤੇ 25 ਸਾਲ ਤੋਂ, ਉਹਨੂੰ ਇੱਕਦਮ ਦੇਸ਼ ਛੱਡ ਕੇ ਭੱਜਣਾ ਪਿਆ। ਇਹ ਦੱਸੋ ਸਰ। ਸ਼ਰਮਾ ਜੀ, ਜਿੱਥੇ ਭਾਰਤ ਨੂੰ ਜਿਹੜਾ ਹੈਗਾ ਸੋਨੇ ਦੀ ਚਿੜੀਆ ਕਹਿੰਦੇ ਸੀ, ਉੱਥੇ ਸ਼੍ਰੀਲੰਕਾ ਨੂੰ ਸੋਨੇ ਦੀ ਲੰਕਾ ਕਹਿੰਦੇ ਸੀ। ਠੀਕ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਰਿਚ ਕੰਟਰੀ ਸੀ, ਜਿੱਥੇ ਕਿ ਬਹੁਤ ਘੱਟ ਪਾਪੂਲੇਸ਼ਨ ਹੈ ਇਨ ਕੰਪੈਰੀਜ਼ਨ ਟੂ ਇੰਡੀਆ ਔਰ ਕਿੰਨੇ ਵੱਧ ਰਿਸੋਰਸਿਸ ਹੈਗੇ ਆ ਇਨ ਕੰਪੈਰੀਜ਼ਨ ਟੂ ਇੰਡੀਆ ਔਰ ਇਹਨਾਂ ਦਾ ਜਿਹੜਾ ਬਹੁਤ ਸਾਰਾ ਜਿਹੜਾ ਰੈਵਨਿਊ ਹੈ ਉਹ ਜਿਹੜਾ ਜਿਹਨੂੰ ਕਹਿੰਦੇ ਆਪਣਾ ਸੈਲਾਨੀਆਂ ਦੇ ਆਉਣ ਦੇ ਨਾਲ ਟੂਰਿਸਟ ਜਿਹਨੂੰ ਕਹਿੰਦੇ ਆ ਟੂਰਿਸਟ ਡੈਸਟੀਨੇਸ਼ਨ ਕਰਕੇ ਆਉਂਦਾ ਸੀ। ਆਈਲੈਂਡ ਬਹੁਤ ਪਿਆਰੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਜਿੱਦਾਂ ਤੁਸੀਂ ਕਈ ਕਾਰਨ ਗਿਣੇ ਆ, ਇਹ ਆਲਮੋਸਟ ਸਾਰੇ ਕਾਰਨ ਹੀ ਮਿਲ ਕੇ ਜਿਹੜਾ ਹੈ ਇਹਦਾ ਕ੍ਰਾਈਸਿਸ ਬਣਿਆ। ਉਹਦੇ ਵਿੱਚ ਆਪਾਂ ਪਹਿਲੀ ਗੱਲ ਸ਼ੁਰੂ ਕਰ ਲਈਏ ਇਕਨੋਮਿਕ ਕ੍ਰਾਈਸਿਸ। ਹੁਣ ਸ਼ਰਮਾ ਜੀ, ਇਕਨੋਮਿਕ ਕ੍ਰਾਈਸਿਸ ਕਿੱਥੋਂ ਤੁਰਿਆ? ਦੇਖੋ, ਜਦੋਂ ਤੁਸੀਂ ਜਿਹੜਾ ਪੋਲਿਟਿਕਸ ਦੇ ਵਿੱਚ ਭਾਈ ਭਤੀਜਾਵਾਦ ਕਰ ਲਿਆ,
ਜਿਹੜੀ ਇੱਕ ਰੂਲਿੰਗ ਪਾਰਟੀ ਆਂਦੀ ਸੀ ਉਹਦੇ ਸਾਰੇ ਰਿਸ਼ਤੇਦਾਰ ਭਾਵੇਂ ਉਹ ਆਰਮੀ 'ਚ ਹੁੰਦੇ ਸੀ ਭਾਵੇਂ ਐਡਮਿਨਿਸਟ੍ਰੇਸ਼ਨ ਹੁੰਦੇ ਸੀ, ਠੀਕ ਹੈ, ਉਹ ਜਾਂ ਤਾਂ ਕਿਸੇ ਪੋਲੀਟੀਕਲ ਪੋਜੀਸ਼ਨ ਦੇ ਉੱਤੇ ਆ ਜਾਂਦੇ ਸੀ ਜਾਂ ਉਹਨਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਸੰਵਿਧਾਨਕ ਜਿਹੜੀ ਹੈ ਪਦਵੀ ਜਿਹੜੀ ਹੈ ਦੇ ਦਿੱਤੀ ਜਾਂਦੀ ਸੀ। ਔਰ ਉਹਨਾਂ ਦੇ ਜਿਹੜੇ ਡਿਸੀਜ਼ਨ ਹੁੰਦੇ ਸੀ ਉਹ ਪਰਿਵਾਰ ਦੀਆਂ ਜੇਬਾਂ ਭਰਨ ਲਈ ਹੁੰਦੇ ਸੀ, ਨਾ ਕਿ ਦੇਸ਼ ਦੇ ਵਿਕਾਸ ਲਈ। ਬਿਲਕੁਲ ਠੀਕ। ਫਿਰ ਕੀ ਹੈ ਕਿ ਜਦੋਂ ਦੇਸ਼ ਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਇੱਕ ਐਗਰੀਕਲਚਰ ਇੱਕ ਬੜਾ ਮਹੱਤਵਪੂਰਨ ਵਿਸ਼ਾ ਹੁੰਦਾ ਹੈ। ਐਗਰੀਕਲਚਰ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਆਪਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਰਗੈਨਿਕ ਫਾਰਮਿੰਗ, ਉਹਨੂੰ ਇੰਟਰੋਡਿਊਸ ਕਰ ਦਿੱਤਾ। ਇਸ ਚੀਜ਼ ਦਾ ਐਨਾਲਿਸਿਸ ਨਹੀਂ ਕੀਤਾ ਕਿ ਜੇ ਅਸੀਂ ਆਰਗੈਨਿਕ ਫਾਰਮਿੰਗ ਉੱਥੇ ਇੰਟਰੋਡਿਊਸ ਕਰਦੇ ਹਾਂ, ਕੀ ਸਾਡੇ ਕੋਲ ਅਨਾਜ ਲੋਕਾਂ ਦੇ ਖਾਣ ਦੇ ਲਈ ਕਾਫੀ ਹੈ? ਕਿਉਂਕਿ ਜਿੰਨੀਆਂ ਵੀ ਟੈਕਨੋਲੋਜੀਜ਼ ਆਉਂਦੀਆਂ ਐਗਰੀਕਲਚਰ ਦੇ ਵਿੱਚ, ਜਿੱਦਾਂ ਕਿ ਗ੍ਰੀਨ ਰੈਵੋਲੂਸ਼ਨ ਦੁਆਰਾ ਇੰਟਰੋਡਿਊਸ ਕੀਤੀਆਂ ਗਈਆਂ, ਉਹਦਾ ਸਿੱਧਾ ਸੰਬੰਧ ਇਨਕਰੀਜ਼ ਇਨ ਪ੍ਰੋਡਕਸ਼ਨ ਹੁੰਦਾ ਕਿ ਅਸੀਂ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਵਿੱਚ ਵਾਧਾ ਕਰੀਏ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨਾਂ ਨੇ ਜੈਵਿਕ ਖੇਤੀ ਵੱਲ ਫੋਕਸ ਕੀਤਾ, ਪਰ ਇਹ ਭੁੱਲ ਗਏ ਕਿ ਜੇ ਅਸੀਂ ਐਨ ਬਲੌਕ ਜੈਵਿਕ ਖੇਤੀ ਕਰਦੇ ਹਾਂ ਤਾਂ ਕੀ ਸਾਨੂੰ ਅਸੀਂ ਸਸਟੇਨ ਕਰ ਲਾਂਗੇ ਉਸ ਜੈਵਿਕ ਖੇਤੀ ਨਾਲ? ਇਸ ਚੀਜ਼ ਬਾਰੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਕੋਲੰਬੋ, ਜਿਹੜਾ ਇਹਨਾਂ ਦਾ ਮੇਨ ਜਿਹੜੀ ਸਿਟੀ ਹੈ, ਉਹਦੇ ਨਾਲ ਇੱਕ ਇਹਨਾਂ ਨੇ ਪੈਰਲਲ ਸਿਟੀ ਜਿਹੜਾ ਹੈ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਫੰਡ ਹੈਗੇ ਸੀ, ਜਿਹੜੇ ਪੈਸੇ ਹੈਗੇ ਸੀ, ਉਹ ਮਿਲ ਮਿਲਾ ਕੇ ਮਿਲੀ ਭੁਗਤ ਨਾਲ ਚੀਨ ਤੋਂ ਲਏ। ਹੁਣ ਆਪਾਂ ਨੂੰ ਪਤਾ ਹੈ ਕਿ ਉਹ ਜਿਹੜੀ ਹੈ ਉਹ ਵਰਲਡ ਬੈਂਕ ਤੋਂ ਵੀ ਲਿਆ ਨਹੀਂ, ਮੇਨ ਚੀਨ ਤੋਂ ਲਏ, ਚਾਈਨਾ ਤੋਂ। ਹੁਣ ਚਾਈਨਾ ਨੂੰ ਆਪਾਂ ਨੂੰ ਪਤਾ ਵੀ ਉਹ ਡੈਟ ਟ੍ਰੈਪ 'ਚ ਫਸਾ ਲੈਂਦੇ ਆ। ਉਹਦੀ ਟ੍ਰੈਪ ਕੀ ਹੁੰਦੀ ਹੈ ਕਿ ਉਹ ਜਦੋਂ ਵੀ ਕਿਸੇ ਨੂੰ ਪੈਸਾ ਦਿੰਦੇ ਆ ਤਾਂ ਉਹਦੇ ਨਾਲ ਕੰਡੀਸ਼ਨਾਂ ਇਹੋ ਜਿਹੀਆਂ ਰੱਖ ਦਿੰਦੇ ਆ ਕਿ ਜਿਹੜਾ ਆਦਮੀ ਇੱਕ ਵਾਰੀ ਉਹਦੇ ਵਿੱਚ ਫਸ ਜੇ ਤਾਂ ਉਹ 'ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ। ਫਿਰ ਕੀ ਹੁੰਦਾ ਕਿ ਉਹਦੇ ਪੋਰਟ ਵੀ ਵਿਕ ਜਾਂਦੇ ਆ, ਉਹਦੀ ਜ਼ਮੀਨ ਵੀ ਵਿਕ ਜਾਂਦੀ ਹੈ, ਉਹਦੇ ਜਿਹੜੇ ਨੈਚੁਰਲ ਰਿਸੋਰਸਿਸ ਆ ਉਹ ਵੀ ਵਿਕ ਜਾਂਦੇ ਆ, ਤੇ ਇਹਦੇ ਬਾਵਜੂਦ ਤੁਸੀਂ ਉਸ ਕ੍ਰਾਈਸਿਸ ਚੋਂ ਬਾਹਰ ਨਹੀਂ ਆਉਂਦੇ। ਇੱਕ ਟ੍ਰੈਪ ਹੈ ਜਦੋਂ, ਔਰ ਇਹ ਨਹੀਂ ਇਕੱਲਾ ਸ਼੍ਰੀਲੰਕਾ ਦੀ ਹੈ, ਬੜੇ ਕੰਟਰੀਜ਼ ਮੋਸਟਲੀ ਮਨੀ ਲੈਂਡਰ ਕਰਦੇ ਇਦਾਂ। ਹਾਂ, ਬਹੁਤ ਸਾਰੇ ਕੰਟਰੀਜ਼ ਹੈ ਜਿਹੜੇ ਕਿ ਇਸ ਦੇ ਵਿੱਚ ਫਸੇ ਹੋਏ ਆ। ਠੀਕ, ਵਰਲਡ ਬੈਂਕ ਦੇ ਵਿੱਚ ਵਰਲਡ ਬੈਂਕ ਦੇ ਨਾਲ ਵੀ ਇਹੀ ਹੁੰਦਾ। ਇੰਡੀਅਨ ਜਿਹੜੀ ਇੰਟਰਨੈਸ਼ਨਲ ਮੋਨਿਟਰੀ ਫੰਡ ਆ IMF, ਉਹਦੇ ਨਾਲ ਵੀ ਇਦਾਂ ਹੀ ਹੁੰਦਾ ਕਿ ਪਰ ਹੁਣ ਜਿਹੜਾ ਇਹਨਾਂ ਦਾ ਕ੍ਰਾਈਸਿਸ ਬਣਿਆ ਉਹਦੇ ਵਿੱਚ ਜਿਹੜਾ ਚੀਨ ਦਾ ਉਹ ਕਾਫੀ ਹੱਥ ਹੈਗਾ ਸੀ। ਹਾਲਾਂਕਿ ਇੰਡੀਆ ਨੇ ਕਾਫੀ ਰੈਜ਼ਿਸਟੈਂਸ ਕੀਤੀ ਕਿ ਜਿਹੜਾ ਸ਼੍ਰੀਲੰਕਾ ਹੈਗਾ ਇਸ ਨੂੰ ਚੀਨ ਦੇ ਜਿਹੜਾ ਇਨਫਲੂਐਂਸ ਤੋਂ ਬਾਹਰ ਰੱਖਿਆ ਜਾਏ। ਪਰ ਮੈਨੂੰ ਐਵੇਂ ਲੱਗਦਾ ਕਿ ਜਿਹੜਾ ਇੰਡੀਆ ਹੈਗਾ ਆਪਣੇ ਇਸ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੋਇਆ, ਕਿਉਂਕਿ ਜਿਹੜੀ ਉੱਥੇ ਪੋਲੀਟੀਕਲ ਸੈਟਅਪ ਹੈਗੀ ਸੀ ਉਹਨਾਂ ਦੀ ਭੁੱਖ ਜਿਹੜੀ ਹੈਗੀ ਹੈ ਪਰਿਵਾਰਵਾਦ ਜਿਹੜਾ ਹੈਗਾ ਉਹ ਡੋਮੀਨੇਟ ਕਰ ਗਿਆ। ਔਰ ਰਿਜ਼ਲਟ ਇਹ ਹੋਇਆ ਕਿ ਅੱਜ ਜਿਹੜਾ ਉਹ ਕੰਟਰੀ ਹੈਗਾ ਉਹ ਇੱਕ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਆ ਗਿਆ। ਨਾਰਕੀ ਫੈਲੀ ਉੱਥੇ ਨਾਰਕੀ ਫੈਲੀ ਹੋਈ ਹੈ। ਲੋਕਾਂ ਨੇ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਪੈਲੇਸ ਹੈਗਾ ਸੀ ਜਾਂ ਪ੍ਰਾਈਮ ਮਿਨਿਸਟਰ ਦਾ ਆਫਿਸ ਹੈਗਾ ਸੀ ਉੱਤੇ ਹਮਲਾ ਕਰ ਦਿੱਤਾ। ਠੀਕ ਹੈ, ਮਤਲਬ ਹਮਲਾ ਕਰਨਾ ਇੱਕ ਕੋਈ ਖਾਸ ਗੱਲ ਨਹੀਂ ਹੈ। ਉਹਦਾ ਜਿਹੜਾ ਲੋਕਾਂ ਦਾ ਗੁੱਸਾ ਹੈਗਾ ਉਹ ਉਹਦਾ ਇੱਕ ਟਾਰਗੇਟ ਬਣ ਗਿਆ, ਮੌਬ ਆ ਗਿਆ ਔਰ ਉਹਨਾਂ ਦਾ ਜਿਹੜਾ ਗੁੱਸੇ ਦਾ ਟਾਰਗੇਟ ਬਣ ਗਿਆ। ਇਸ ਤੋਂ ਇਲਾਵਾ ਸ਼ਰਮਾ ਜੀ ਉੱਥੇ ਨਾ ਜਿੱਦਾਂ ਹੁਣ ਇੰਡੀਆ ਦੇ ਵਿੱਚ ਹੈ ਪੋਲਰਾਈਜੇਸ਼ਨ ਦੀ ਪਾਲਿਸੀ, ਉੱਥੇ ਵੀ ਪੋਲਰਾਈਜੇਸ਼ਨ ਦੀ ਪਾਲਿਸੀ ਰੱਖੀ ਗਈ ਜਿਹਦੇ ਵਿੱਚ ਜਿਹੜਾ ਮਾਈਨੋਰਿਟੀਜ਼ ਹੈ, ਭਾਵੇਂ ਉਹ ਤਾਮਿਲਸ ਹੈਗੇ ਆ, ਭਾਵੇਂ ਉਹ ਹਿੰਦੂ ਹੈਗੇ ਆ ਜਾਂ ਮੁਸਲਿਮ ਮਾਈਨੋਰਿਟੀਜ਼ ਹੈਗੀਆਂ, ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਔਰ ਬਿਨਾਂ ਕਿਸੇ, ਜਦੋਂ ਹੁਣ ਪਿੱਛੇ ਜੇ ਹੈਗਾ ਸੀ ਇਹਨਾਂ ਨੇ ਇੱਕ ਮੌਂਕ ਹੈਗਾ ਸੀ, ਠੀਕ ਹੈ, ਇੱਕ ਭਿਕਸ਼ੂ ਹੈਗਾ ਸੀ, ਉਹਨੂੰ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾਤਾ। ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਔਰ ਫਿਰ ਹੈ ਕਿ ਜਿਹੜੇ ਉੱਥੋਂ ਦੇ ਮਾਈਨੋਰਿਟੀਜ਼ ਹੈਗੀਆਂ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ। ਉਹਨਾਂ ਦੇ ਜਿਹੜੇ ਹਿਊਮਨ ਰਾਈਟਸ ਹੈਗੇ ਸੀ ਜਾਂ ਸਿਵਲ ਲਿਬਰਟੀ ਸੀ ਉਹਨੂੰ ਕਰਬ ਕਰਨ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਜਿਹੜੀ ਇੰਡੀਪੈਂਡੈਂਟ ਪ੍ਰੈਸ ਹੈਗੀ ਹੈ ਉਸ ਨੂੰ ਰਿਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹਦਾ ਗਲਾ ਨੱਪਿਆ ਗਿਆ। ਬਹੁਤ ਸਾਰੇ ਜਿਹੜੇ ਜਰਨਲਿਸਟ ਹੈਗੇ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਜਾਂ ਜੇਲ੍ਹਾਂ 'ਚ ਦੇ ਦਿੱਤਾ ਗਿਆ। ਉਹਦਾ ਰਿਜ਼ਲਟ ਕੀ ਹੈ ਕਿ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹਨੂੰ ਬੁਲੰਦ ਕਰਨ ਦੇ ਵਿੱਚ ਵੀ ਕੋਈ ਵੀ ਜਿਹੜਾ ਮੀਡੀਆ ਹੈਗਾ ਉਹ ਅੱਗੇ ਨਹੀਂ ਸੀ ਆ ਸਕਦਾ। ਔਰ ਉਹਨਾਂ ਦਾ ਕੰਟਰੋਲ ਇੰਨਾ ਜ਼ਿਆਦਾ ਹੈਗਾ ਸੀ ਕਿ ਜੇ ਪ੍ਰੈਜ਼ੀਡੈਂਟ ਹੁੰਦਾ ਸੀ ਉਹਦੇ ਰਿਸ਼ਤੇਦਾਰ ਜਿਹੜੇ ਹੈਗੇ ਆ ਉਹ ਆਰਮੀ 'ਚ ਹੁੰਦੇ ਸੀ, ਉਹਦੇ ਰਿਸ਼ਤੇਦਾਰ ਜਿਹੜੇ ਇੰਚਾਰਜ ਉਹ ਪੁਲਿਸ ਦੇ ਵਿੱਚ ਹੁੰਦੇ ਸੀ, ਉਹਨਾਂ ਦੇ ਰਿਸ਼ਤੇਦਾਰ ਜਿਹੜੇ ਰਾਜਦੂਤ ਬਣੇ ਹੋਏ ਸੀ ਬਾਕੀ ਦੇਸ਼ਾਂ ਦੇ ਵਿੱਚ,
ਔਰ ਇਕੋਨਮੀ ਦਾ ਇੰਨਾ ਕੁ ਬੁਰਾ ਹਾਲ ਹੋ ਗਿਆ ਕਿ ਅੱਜ ਸਾਰਾ ਦਿਨ ਖੜ ਕੇ 2 ਦਿਨ ਖੜ ਕੇ ਰਾਦਰ ਉਹਨਾਂ ਨੂੰ 3 ਲੀਟਰ ਤੇਲ ਮਿਲਦਾ। ਹੁਣ ਦੇਖੋ ਨਾ, ਜਿਹੜਾ 2 ਦਿਨ ਖੜਿਆ ਬੰਦਾ ਔਰ 3 ਲੀਟਰ ਤੇਲ ਮਿਲਿਆ, 3 ਲੀਟਰ ਦੇ ਨਾਲ ਤੁਸੀਂ ਕੀ ਕਰੋਗੇ? ਸਪੈਸ਼ਲੀ ਜਿਹੜਾ ਬੰਦਾ ਟੈਕਸੀ ਚਲਾ ਰਿਹਾ, ਬੱਸ ਚਲਾ ਰਿਹਾ, ਕਾਰ ਚਲਾ ਰਿਹਾ, ਉਹ ਤਾਂ ਉਹਦੇ ਕੋਲ ਉਹਦੇ ਪੈਟਰੋਲ ਪੰਪ ਦੇ ਉੱਤੇ ਆਉਣ ਲਈ ਉਹ 3 ਲੀਟਰ ਲੱਗ ਜਾਂਦਾ। ਰੁਜ਼ਗਾਰ ਵੀ ਖਤਮ ਹੋ ਗਿਆ, ਜਿਹੜਾ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ। ਜਿਹੜੇ ਸੈਲਾਨੀ ਸੀ ਉਹ ਆਣੇ ਬੰਦ ਹੋ ਗਏ, ਫੈਕਟਰੀਆਂ ਜਿਹੜੀਆਂ ਬੰਦ ਹੋ ਗਈਆਂ, ਜਿਹੜੀ ਅਨਐਮਪਲੋਇਮੈਂਟ ਆ ਉਹ ਸਿਖਰ ਤੇ ਹੋ ਗਈ, ਲੋਕਾਂ ਕੋਲ ਖਾਣ ਨੂੰ ਚੀਜ਼ ਨਹੀਂ ਹੈ। ਇੱਕ ਆ ਛੋਟੀਆਂ ਆਈਟਮਸ ਹੈ, ਪਿਆਜ਼, ਟਮਾਟਰ, ਇਹ 500 ਰੁਪਏ ਦੇ ਹੋ ਗਏ। ਜਿਹੜੀ ਇਕੋਨਮੀ ਹੈਗੀ ਉਹ ਇੰਨੀ ਕੁ ਡੁੱਬ ਗਈ ਹੈ ਇੰਟਰਨੈਸ਼ਨਲੀ। ਉਹਨਾਂ ਕੋਲ ਜਿਹੜੇ ਜਿਹਨੂੰ ਕਹਿੰਦੇ ਕਿ ਆਪਣੇ ਰਿਜ਼ਰਵਸ ਹੈਗੇ ਆ, ਫੋਰਨ ਰਿਜ਼ਰਵਸ ਜਿਹੜੇ ਹੈਗੇ ਆ, ਉਹ ਬਿਲਕੁਲ ਖਤਮ ਹੋ ਗਏ। ਔਰ ਉਹਦਾ ਰਿਜ਼ਲਟ ਕੀ ਹੈ ਕਿ ਅੱਜ ਉਸ ਦੇਸ਼ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ। ਜਦੋਂ ਇਸ ਤਰ੍ਹਾਂ ਦੀ ਸਥਿਤੀ ਆਏ ਤਾਂ ਸਰਕਾਰਾਂ ਦੀ ਜਨਰਲ ਟ੍ਰੈਂਡ ਇਹ ਹੁੰਦਾ ਕਿ ਉਹ ਕੋਈ ਨਾ ਕੋਈ ਡਰਾਸਟਿਕ ਜਾਂ ਰੈਡੀਕਲ ਸਟੈਪ ਲੈ ਕੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਹੁਣ ਇਹ ਵੀ ਜਿਹੜੀ ਸਟੇਜ ਆ ਉਹ ਲੰਘ ਗਈ ਲੋਕ, ਕਿਉਂਕਿ ਜਿਹੜੇ ਸੋ ਕਾਲਡ ਮੈਜੋਰਿਟੀ ਵਾਲੇ ਬੰਦੇ ਸੀ, ਜਿਹੜੇ ਮਾਈਨੋਰਿਟੀ ਨੂੰ ਹੁਣ ਤੱਕ ਤੰਗ ਕਰਦੇ ਸੀ, ਅੱਜ ਉਹਨਾਂ ਨੂੰ ਵੀ ਭੀੜ ਪੈ ਗਈ। ਉਹਨਾਂ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਜਿਨ੍ਹਾਂ ਦੇ ਸਿਰ ਦੇ ਉੱਤੇ ਅਸੀਂ ਟੱਪਦੇ ਸੀ ਜਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਅਸੀਂ ਸਮਝਦੇ ਸੀ ਕਿ ਅਸੀਂ ਅੱਗੇ ਚੱਲ ਪਾਂਗੇ, ਅੱਜ ਸਾਡੀ ਸਥਿਤੀ ਇਹ ਹੈਗੀ ਹੈ ਕਿ ਅੱਜ ਸਾਡੇ ਵੀ ਪੇਟ ਨਹੀਂ ਭਰਦੇ ਪਏ, ਅੱਜ ਸਾਨੂੰ ਵੀ ਰੋਟੀ ਨਹੀਂ ਮਿਲਦੀ ਪਈ। ਸੋ ਇਹ ਜਿਹੜੀ ਮਾਰ ਪਈ ਹੈਗੀ ਆ, ਇਹਦੇ ਨਾਲ ਲੋਕਾਂ ਦੇ ਵਿੱਚ ਯੂਨਿਟੀ ਆਈ ਆ ਔਰ ਲੋਕਾਂ ਨੂੰ ਸਮਝ ਆ ਗਈ ਹੈ ਕਿ ਸਾਡਾ ਜਿਹੜਾ ਕਾਮਨ ਐਨਮੀ ਹੈ ਉਹ ਸਰਕਾਰ ਹੈਗੀ ਹੈ, ਉਹਦੀ ਮਾਲ ਐਡਮਿਨਿਸਟ੍ਰੇਸ਼ਨ ਹੈਗੀ ਹੈ। ਸਾਡਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਹੈਗਾ ਉਹ ਤਕੜਾ ਹੋਣਾ ਚਾਹੀਦਾ ਤਾਂ ਕਿ ਅਸੀਂ ਸਰਕਾਰ ਦੀਆਂ ਜਿਹੜੀਆਂ ਕੁਰੀਤੀਆਂ ਹੈਗੀਆਂ ਜਾਂ ਜਿਹੜੀ ਉਹਦੀ ਮਾਲ ਐਡਮਿਨਿਸਟ੍ਰੇਸ਼ਨ ਹੈ ਜਾਂ ਜਿਹੜੀ ਪੂਅਰ ਗਵਰਨੈਂਸ ਹੈਗੀ ਹੈ, ਭਾਵੇਂ ਉਹ ਇਕਨੋਮਿਕ ਲੈਵਲ ਤੇ ਹੈ, ਭਾਵੇਂ ਸੋਸ਼ਲ ਲੈਵਲ ਤੇ ਹੈ, ਭਾਵੇਂ ਰਿਲੀਜੀਅਸ ਲੈਵਲ ਤੇ ਹੈ, ਉਹਨੂੰ ਸਾਨੂੰ ਕਾਊਂਟਰ ਕਰਨਾ ਚਾਹੀਦਾ। ਜਿੱਦਾਂ ਪੰਜਾਬ ਦੇ ਤੇ ਹਰਿਆਣੇ 'ਚ ਕਿਸਾਨ ਮੂਵਮੈਂਟ ਚੱਲੀ ਸੀ ਤੇ ਲੜਾ ਛੱਡਿਆ ਤੇ ਲੋਕ ਇਕੱਠੇ ਫਿਰ ਹੋ ਗਏ। ਬਿਲਕੁਲ। ਔਰ ਜਿੱਦਾਂ ਸ਼੍ਰੀਲੰਕਾ ਦੇ ਵਿੱਚ ਟਾਈਮ ਟੂ ਟਾਈਮ ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕੀਤੀਆਂ ਗਈਆਂ ਤਾਂ ਕਿ ਜਿਹੜਾ ਰਾਜ ਭਾਗ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਜਿਹੜੀਆਂ ਲਿਮਿਟਿਡ ਸਿਲੈਕਟਿਡ ਜਿਹੜੀਆਂ ਪਰਿਵਾਰ ਹੈਗੇ ਆ ਉਹਨਾਂ ਦੇ ਹੱਥ 'ਚ ਰਹੇ। ਇਹ ਜਿਹੜੀਆਂ ਟੈਂਡੈਂਸੀ ਸੀ ਕਿ ਜਦੋਂ ਤੁਸੀਂ ਕਨਸਟੀਟਿਊਸ਼ਨ ਦੀ ਵੀ ਬਾਹ ਮਰੋੜਨੀ ਸ਼ੁਰੂ ਕਰ ਦਿੰਦੇ ਹੋ ਔਰ ਇੰਸਟੀਟਿਊਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਇੰਨਾ ਕੁ ਕਮਜ਼ੋਰ ਕਰ ਦਿੰਦੇ ਹੋ ਕਿ ਤੁਸੀਂ ਕੋਈ ਵੀ ਜਿਹੜਾ ਪੋਲੀਟੀਕਲ ਪਾਰਟੀ ਹੈਗੀ ਆ ਜਾਂ ਜਿਹੜੇ ਪਾਵਰ ਚਾਹੁੰਦੇ ਆ ਉਹ ਉਹਦਾ ਮਿਸਯੂਜ਼ ਕਰ ਸਕਣ। ਸੋ ਇੱਥੇ ਇੱਕ ਪੁਆਇੰਟ ਹੋਰ ਉੱਠਦਾ, ਹਾਂਜੀ, ਇਹ ਜਿਸ ਤਰ੍ਹਾਂ ਹੁਣ ਮੋਸਟਲੀ ਜਿਹੜਾ ਕਾਰਨ ਆ ਰਹੇ ਆਰਥਿਕ, ਕਿਉਂਕਿ ਜਦੋਂ ਵੀ ਕੋਈ ਦੇਸ਼ ਦਾ ਢਾਂਚਾ ਵਿਗੜਦਾ ਉਹਦੇ 2-3 ਕਾਰਨ ਹੁੰਦੇ ਆ। ਹਾਂਜੀ, ਇੱਕ ਤਾਂ ਹੁੰਦਾ ਆਰਥਿਕ ਕਾਰਨ ਹੁੰਦਾ, ਇਕਨੋਮਿਕਸ, ਕਿਉਂਕਿ ਇੱਕ ਹੁੰਦਾ ਰਾਜਨੀਤਿਕ, ਐਕਸਟ੍ਰੀਮ ਜਿਹਨੂੰ ਕਹਿੰਦੇ ਆ ਐਰਟੋਕ੍ਰੇਸੀ ਜਾਂ ਉਹਨੂੰ ਟੌਰਚਰਿੰਗ ਹੁੰਦੀ ਹੈ ਸਮਾਜ ਦੇ ਉੱਤੇ। ਔਰ ਤੀਸਰਾ ਕਾਰਨ ਹੁੰਦਾ ਆਪਸ ਜਿਹੜੀਆਂ ਜਾਤਾਂ ਨੇ ਜਾਂ ਆਪਣੇ ਧਰਮ ਨੇ ਉੱਥੇ ਜਾਂ ਫਿਰਕਾ ਆ ਜੋ ਵੀ ਇੱਥੇ ਸੋਸਾਇਟੀ ਹੈ ਉਹ ਤਾਣਾ ਬਾਣਾ ਉਲਝ ਜਾਂਦਾ ਗਲਤ ਲੀਡਰਸ਼ਿਪ ਦੀ, ਗਲਤ ਇਸ਼ੂ ਦੀ ਵਜ੍ਹਾ ਨਾਲ। ਤੇ ਉਹਦੇ ਨਾਲ ਕੀ ਹੁੰਦਾ ਵੀ ਉਹ ਸਮਾਜ ਜਿਹੜਾ ਵਿਖਰ ਜਾਂਦਾ। ਜਿਸ ਤਰ੍ਹਾਂ ਪਾਕਿਸਤਾਨ ਹਿੰਦੁਸਤਾਨ ਜਦੋਂ ਬਣਿਆ ਉਦੋਂ ਸਮਾਜ ਦਾ ਢਾਂਚਾ ਜਦੋਂ ਵਿਗੜ ਗਿਆ ਜਾਂ ਅੰਗਰੇਜ਼ ਜਦੋਂ ਗਿਆ ਉੱਥੇ। ਹੁਣ ਇੱਕ ਇੱਥੇ ਚੀਜ਼, ਪਹਿਲਾਂ ਤਾਂ ਇਕਨੋਮਿਕਸ ਦੀ ਗੱਲ ਕਰਦੇ ਹਾਂ ਆਪਾਂ ਵੀ ਜਿਹੜਾ ਇਨਫਰਾਸਟ੍ਰਕਚਰ ਉਹਨਾਂ ਨੇ ਪਹਿਲਾਂ ਤਾਂ ਇਨਫਰਾਸਟ੍ਰਕਚਰ ਬਹੁਤ ਵਧੀਆ ਕੀਤਾ ਉਹਨਾਂ ਨੇ, ਲੇਕਿਨ ਕਿਤੇ ਇਹ ਕਾਰਨ ਤਾਂ ਨਹੀਂ ਹੈਗਾ ਵੀ ਜਦੋਂ ਆਪਾਂ ਕੋਈ ਚੀਜ਼ ਡਿਵੈਲਪ ਕਰਦੇ ਹਾਂ, ਸੜਕਾਂ ਜਾਂ ਬਿਲਡਿੰਗਾਂ ਜਾਂ ਉਹਦੇ ਲੋਨ ਲੈਂਦੇ ਹਾਂ ਉੱਤੇ, ਕਿਉਂਕਿ ਹਰ ਇਹ ਸਿਸਟਮ ਜਿਹਾ ਬਣਿਆ ਵੀ ਆਪਾਂ ਇੰਟਰਨੈਸ਼ਨਲ ਲੋਨ ਲੈਂਦੇ ਹਾਂ ਜਾਂ ਕਿਸੇ ਕੰਟਰੀ ਦਾ ਸਪੋਰਟ ਲੈਂਦੇ ਹਾਂ ਜਿਹਦਾ ਪੋਰਟਸ ਦੀ ਡਿਵੈਲਪਮੈਂਟ ਕਰਦੇ ਹਾਂ, ਲੇਕਿਨ ਆਪਾਂ ਸੋਚਦੇ ਹਾਂ ਵੀ ਇਹ ਤੋਂ ਸਾਨੂੰ ਰਿਕਵਰੀ ਮਿਲੇਗੀ ਕਿਉਂਕਿ ਅਸੀਂ ਲੋਨ ਤੇ ਲੈ ਲੈਂਦੇ ਹਾਂ ਕੋਈ ਇੰਡਸਟਰੀ ਚਲਾਉਣ ਵਾਸਤੇ ਜਾਂ ਕੋਈ ਆਮ ਨਿੱਜਰ ਵੀ ਲੈਂਦੇ ਆ। ਉਹਦੇ ਵਿੱਚ ਜਦੋਂ ਖਰਚਾ ਇੰਨਾ ਕਰ ਦਈਏ ਅਨਪ੍ਰੋਡਕਟਿਵ ਜਿਹਨੂੰ ਕਹਿੰਦੇ ਆਪਾਂ ਇੰਫਰਾਸਟ੍ਰਕਚਰ ਤੇ ਰਿਕਵਰੀ ਉਹਦੀ ਜਿਹੜੀ ਆ ਉਹ ਬਹੁਤ ਘੱਟ ਹੋਵੇ ਤੇ ਉਹ ਨੈਚੁਰਲੀ ਵਿਆਜ ਜ਼ਿਆਦਾ ਹੋਏਗਾ। ਉਹ ਜਿਹਨੇ ਲੈਣਦਾਰ ਉਹਨੇ ਮੰਗਣਾ ਪੈਸਾ ਵੀ ਦਿਓ। ਇਹਦੇ ਸ਼੍ਰੀਲੰਕਾ ਨਾਲ ਵੀ ਤਾਂ ਇਦਾਂ ਹੀ ਹੋਇਆ। ਇਹਦੇ ਦੱਸੋ ਵੀ ਇਹ ਕਾਰਨ ਵੀ ਹੋ ਸਕਦਾ ਜਿਹੜਾ ਸ਼੍ਰੀਲੰਕਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ, ਇਸੇ ਪੈਟਰਨ ਦੇ ਹੋਇਆ। ਇਹਨਾਂ ਨੇ ਬਹੁਤ ਸਾਰਾ ਇਨਫਰਾਸਟ੍ਰਕਚਰ ਬਿਲਡਅਪ ਕਰਨ ਦੀ ਕੋਸ਼ਿਸ਼ ਕੀਤੀ। ਵੈਸੇ ਇੱਕ ਜਨਰਲ ਟ੍ਰੈਂਡ ਹੈ ਕਿ ਅੱਜ ਕੱਲ੍ਹ ਜਿਹੜਾ ਇਨਫਰਾਸਟ੍ਰਕਚਰ ਬਿਲਡਅਪ ਕੀਤਾ ਜਾਂਦਾ ਬਾਹਰਲੀਆਂ
ਤਾਕਤਾਂ ਦੀ ਮਦਦ ਦੇ ਨਾਲ ਕਾਰਪੋਰੇਟ ਉਹ ਇੰਟਰਸਟ ਵਾਸਤੇ ਉਹ ਜੌਬਲੈਸ ਹੁੰਦਾ ਹੈ, ਉਹਦੇ ਨਾਲ ਜਿਹੜੀਆਂ ਜੌਬਸ ਦੀ ਕ੍ਰੀਏਸ਼ਨ ਨਹੀਂ ਹੁੰਦੀ, ਉੱਥੋਂ ਦੀ ਜਿਹੜੀ ਲੋਕਲ ਪਾਪੂਲੇਸ਼ਨ ਹੈਗੀ ਆ ਉਹਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਉੱਥੋਂ ਬਾਹਰੋਂ ਕੋਈ ਆ ਕੇ ਇੱਕ ਫੈਕਟਰੀ ਵੀ ਲੱਗਦੀ ਹੈਗੀ ਆ, ਉਹਦਾ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਅੱਜਕੱਲ ਫੈਕਟਰੀਆਂ ਲੱਗਦੀਆਂ ਉਹ ਹਾਈ ਟੈਕ ਹੁੰਦੀਆਂ, ਉਹ ਜਿੱਦਾਂ ਆਪਾਂ ਪਹਿਲਾਂ ਸੋਚਦੇ ਸੀ ਕਿ ਉਹ ਸਾਨੂੰ ਇੰਪਲੋਇਮੈਂਟ ਪ੍ਰੋਵਾਈਡ ਕਰਨਗੀਆਂ, ਉਹ ਜਿਹੜੀ ਗੱਲ ਹੈਗੀ ਆ ਹੁਣ ਪਾਸਟ ਦੀ ਹੋ ਗਈ ਹੈ। ਅੱਜ ਕੱਲ੍ਹ ਨਾ ਤਾਂ ਫੈਕਟਰੀਆਂ ਕੋਈ ਤੁਹਾਡੇ ਜੇਬ 'ਚ ਕੁਝ ਪਾਉਂਦੀਆਂ, ਲੋਕਲ ਪਾਪੂਲੇਸ਼ਨ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਇੰਪਲੋਇਮੈਂਟ ਜਨਰੇਟ ਨਹੀਂ ਹੁੰਦੀ। ਇਸੇ ਤਰੀਕੇ ਨਾਲ ਜਿਹੜਾ ਦੂਜਾ ਇਨਫਰਾਸਟ੍ਰਕਚਰ ਆਪਾਂ ਸੜਕਾਂ ਦਾ ਜਾਲ ਬਣਾਤਾ ਜਾਂ ਹੋਰ ਕੋਈ ਪੁਲ ਬਣਾਤੇ, ਡੈਮ ਬਣਾਤੇ, ਉਹਦੇ ਨਾਲ ਵੀ ਜਿਹੜੀਆਂ ਜੌਬਸ ਹੈ ਉਹ ਨਹੀਂ ਕ੍ਰੀਏਟ ਹੁੰਦੀਆਂ, ਜਿਹਦਾ ਰਿਜ਼ਲਟ ਕੀ ਹੈ ਕਿ ਜੇ ਤੁਸੀਂ ਮਿਲ ਮਿਲਾ ਕੇ ਜਿੱਦਾਂ ਕਿ ਹੋਇਆ ਸ਼੍ਰੀਲੰਕਾ ਦੇ ਵਿੱਚ, ਤੁਸੀਂ ਜਦੋਂ ਪੈਸੇ ਦੀ ਦੁਰਵਰਤੋਂ ਕਰਕੇ ਉਸ ਦੇਸ਼ ਦੇ ਵਿੱਚ ਗਲਤ ਪ੍ਰੋਜੈਕਟ ਲੈ ਜਾਂਦੇ ਹੋ ਜਿਹੜਾ ਕਿ ਵਾਇਬਲ ਨਹੀਂ ਹੁੰਦੇ, ਜਿਨ੍ਹਾਂ ਦੀ ਵਾਇਬਿਲਿਟੀ ਬਾਰੇ ਪਹਿਲਾਂ ਹੀ ਕਿੰਤੂ ਪਰੰਤੂ ਕੀਤਾ ਗਿਆ ਹੁੰਦਾ, ਉਹਨੂੰ ਜਦੋਂ ਤੁਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਠੋਸਣ ਦੀ ਕੋਸ਼ਿਸ਼ ਕਰਦੇ ਹੋ ਤਾਂ ਲੋਕ ਵੀ ਰਜਿਸਟ ਕਰਦੇ ਆ, ਲੋਕਾਂ ਦੀ ਤੁਸੀਂ ਜ਼ੁਬਾਨ ਬੰਦ ਕਰ ਲਓਗੇ, ਪਰ ਜਿਹੜੇ ਉਹਦੇ ਲੌਂਗ ਟਰਮ ਜਿਹੜੇ ਉਹਦੇ ਰਿਜ਼ਲਟਸ ਹੈਗੇ ਆ ਜਾਂ ਜਿਹੜੇ ਲੌਂਗ ਟਰਮ ਇਕਨੋਮਿਕ ਜਿਹੜੇ ਕੌਨਸੀਕੁਐਂਸਸ ਹੈਗੇ ਆ ਉਹ ਜਨਤਾ ਨੂੰ, ਸਰਕਾਰ ਨੂੰ ਭੁਗਤਣੇ ਪੈਂਦੇ ਆ, ਉਹ ਤੋਂ ਤੁਸੀਂ ਐਸਕੇਪ ਨਹੀਂ ਕਰ ਸਕਦੇ। ਹੁਣ ਜਿੱਦਾਂ ਮੈਨੂੰ ਉਹਦੇ ਪੋਰਟ ਦਾ ਨਾਮ ਭੁੱਲਦਾ ਪਿਆ, ਇਹਨਾਂ ਨੇ ਚਾਈਨਾ ਦੀ ਹੈਲਪ ਨਾਲ ਇੱਕ ਪੋਰਟ ਤਿਆਰ ਕੀਤੀ ਸੀ, ਠੀਕ ਹੁਣ ਉਹਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਸਾਰਾ ਚੀਨ ਤੋਂ ਪੈਸਾ ਆਇਆ, ਪਰ ਅੱਜ ਉੱਥੇ ਜਿਹੜਾ ਕੰਮ ਬੋਲਦੇ ਆ ਕਿਉਂਕਿ ਉਥੋਂ ਬਿਜ਼ਨਸ ਕੋਈ ਨਹੀਂ ਆਇਆ, ਉਹਦੀ ਵਾਇਬਿਲਿਟੀ ਨਹੀਂ ਹੈ। ਦੇਖੋ, ਜੇ ਆਪਾਂ ਨੂੰ ਕਿਸੇ ਪ੍ਰੋਜੈਕਟ ਦੇ ਵਿੱਚ ਰਿਟਰਨਸ ਨਹੀਂ ਆਉਂਦੇ ਤਾਂ ਉਹ ਜਿਹੜਾ ਪ੍ਰੋਜੈਕਟ ਹੈ ਉਹ ਸਸਟੇਨੇਬਲ ਨਹੀਂ ਬਣਦਾ, ਔਰ ਉਹਦਾ ਰਿਜ਼ਲਟ ਕੀ ਹੁੰਦਾ ਕਿ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਸਫਰ ਕਰਦੀ ਹੈ। ਅੱਜ ਹਾਲਤ ਇਹ ਹੈ ਕਿ ਸ਼੍ਰੀਲੰਕਾ ਦੇ ਵਿੱਚ ਕਿ ਉਹਨਾਂ ਨੂੰ ਸਮਝ ਲੱਗ ਗਈ ਹੈਗੀ ਆ ਕਿ ਇਹ ਸਾਰਾ ਜਿਹੜਾ ਕੰਮ ਹੈਗਾ, ਇਹ ਜਿਹੜੀ ਪੋਲੀਟੀਕਲ ਸਾਡੀ ਐਸਟੈਬਲਿਸ਼ਮੈਂਟ ਸੀ, ਇਹਦੀਆਂ ਗਲਤੀਆਂ ਕਰਕੇ ਹੋਈ ਹੈ। ਔਰ ਹੁਣ ਦੇਖੋ ਅੱਗੇ ਦੂਜਾ ਅੱਜ ਦਾ ਸਵਾਲ ਹੈ, ਜਿਸ ਤਰ੍ਹਾਂ ਲਿੱਟੇ ਸੀ ਅੱਜ ਤੋਂ 10-15 ਸਾਲ ਪਹਿਲਾਂ, ਉਦੋਂ ਸ਼੍ਰੀਲੰਕਾ ਦਾ ਬੜਾ ਡਿਸਟਰਬੈਂਸ ਸੀ, ਔਰ ਲਿੱਟੇ ਨੂੰ ਇੱਕਦਮ ਇਹਨਾਂ ਨੇ ਕ੍ਰਸ਼ ਕਰਕੇ ਵਿਦਨ 6 ਮੰਥ 2-3 ਮੰਥ ਇਹਨਾਂ ਕ੍ਰਸ਼ ਕਰਕੇ ਤੇ ਉਹ ਨਾਮੋ ਨਿਸ਼ਾਨ ਮਿਟਾਤਾ। ਉਹਦੇ ਨਾਲ ਬਜਾਏ ਐਡਰੈਸ ਕਰਨ ਦੇ ਉਹਦੀ ਸ਼੍ਰੀਲੰਕਾ ਦੀ ਪ੍ਰੋਬਲਮ, ਤਾਮਿਲ ਪ੍ਰੋਬਲਮ ਸੀ, ਮੁਸਲਿਮ ਪ੍ਰੋਬਲਮ ਸੀ, ਸਨਾਲੀ ਪ੍ਰੋਬਲਮ ਸੀ, ਉਹ ਪ੍ਰੋਬਲਮ ਨੂੰ ਐਡਰੈਸ ਨਹੀਂ ਕੀਤਾ ਗਿਆ, ਲੇਕਿਨ ਉਹਨਾਂ ਨੂੰ ਖਤਮ ਤਾਂ ਕਰਤਾ ਗਿਆ। ਉਹ ਟੈਰਰਿਜ਼ਮ ਹੈ ਤੇ ਮਾੜੀ ਚੀਜ਼ ਹੈ, ਲੇਕਿਨ ਪ੍ਰੋਬਲਮ ਐਡਰੈਸ ਨਹੀਂ ਕੀਤੀਆਂ ਗਈਆਂ। ਜਦੋਂ ਧਰਮ ਤੋਂ ਵੀ ਇਨਜਸਟਿਸ ਹੋਵੇ, ਸੋਸਾਇਟੀ ਨੂੰ ਇਨਜਸਟਿਸ ਹੋਵੇ ਸਰਕਾਰ ਵੱਲੋਂ ਜਾਂ ਜਿਹੜਾ ਰਾਜ ਕਰਦਾ ਜਮਾਤ ਆ, ਉਹ ਵੀ ਇੱਕ ਕਾਰਨ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਨੂੰ ਤੋੜਨ 'ਚ ਜਾਂ ਇਹੋ ਜਿਹੇ ਕ੍ਰਾਈਸਿਸ ਵਾਸਤੇ। ਨਹੀਂ ਸ਼ਰਮਾ ਜੀ, ਮੈਂ ਜਿੱਦਾਂ ਆਪਾਂ ਪੰਜਾਬ 'ਚ ਵੇਖ ਲੈਂਦੇ ਹਾਂ, ਪੰਜਾਬ ਜਦੋਂ 84 ਤੋਂ ਬਾਅਦ ਅੱਤਵਾਦ ਆਇਆ ਤਾਂ ਬੜਾ ਬੁਰੀ ਤਰ੍ਹਾਂ ਕ੍ਰਸ਼ ਕੀਤਾ, ਠੀਕ ਹੈ। ਉਸ ਤੋਂ ਬਾਅਦ ਲੇਕਿਨ ਫਿਰ ਦੁਬਾਰਾ ਜਿਹੜੇ ਨੌਜਵਾਨ ਉੱਠ ਕੇ ਆਏ ਉਹ ਟੌਰਚਰ ਕੀਤਾ, ਲੇਕਿਨ ਉਹ ਫਿਰ ਉੱਠ ਕੇ ਅੱਤਵਾਦੀ ਬਣੇ ਤੇ ਪੰਜਾਬ ਦੀ ਅੱਜ ਇਕਨੋਮੀ ਦਾ ਹਾਲ ਕੀ ਹੈ, ਉਹਦਾ ਅਸਰ ਹੈ। ਨਹੀਂ ਦੇਖੋ ਸ਼ਰਮਾ ਜੀ, ਜਿਹੜਾ ਰਿਪਰੈਸ਼ਨ ਦੀ ਜਿਹੜੀ ਨੀਤੀ ਹੈ ਸ਼੍ਰੀਲੰਕਾ 'ਚ ਹੋਏ ਜਾਂ ਕਿਤੇ ਵੀ ਹੋਵੇ, ਤੁਸੀਂ ਆਪਣੇ ਕਹਿ ਲਓ ਕਿ ਭਾਵੇਂ ਇੰਡੀਆ 'ਚ ਹੈ, ਭਾਵੇਂ ਪੰਜਾਬ 'ਚ ਹੈ, ਭਾਵੇਂ ਸ਼੍ਰੀਲੰਕਾ 'ਚ ਹੈ, ਇਹ ਸ਼ਰਮਾ ਜੀ ਜਿਹੜੀ ਇਹ ਰਿਪਰੈਸ਼ਨ ਦੀ ਨੀਤੀ ਹੈਗੀ ਆ, ਇਹ ਤੁਸੀਂ ਇਹ ਕਹਿ ਲਓ ਵੀ ਇਹ ਸਿੱਕੇ ਦੇ ਦੋ ਪਾਸੇ ਆ। ਮਤਲਬ ਜਿੱਦਾਂ ਤੁਸੀਂ ਰਿਪਰੈਸ਼ਨ ਕਰਦੇ ਹੋ, ਜਿਹਨੂੰ ਤੁਸੀਂ ਸਟੇਟ ਟੈਰਰਿਜ਼ਮ ਕਹਿੰਦੇ ਹੋ, ਉਦਾਂ ਹੀ ਜਿਹੜਾ ਅੱਤਵਾਦ ਹੈ ਉਹ ਪਲਦਾ, ਉਹ ਪਲਪਦਾ, ਠੀਕ ਹੈ। ਇਹੀ ਗੱਲ ਭਾਵੇਂ ਪੰਜਾਬ 'ਚ ਲਾ ਲਓ, ਭਾਵੇਂ ਸ਼੍ਰੀਲੰਕਾ 'ਚ ਲਾ ਲਓ, ਕਿਉਂਕਿ ਜਿਹੜੇ ਅੱਜ ਕੱਲ੍ਹ ਟ੍ਰੈਂਡ ਹੈਗੇ ਆ ਇਹ ਆਲਮੋਸਟ ਯੂਨੀਵਰਸਲ ਹੈ। ਜਿੱਥੇ ਕਿਤੇ ਵੀ ਇਸ ਤਰ੍ਹਾਂ ਦਾ ਰੌਲਾ ਪਏਗਾ, ਠੀਕ ਹੈ, ਉੱਥੇ ਲੋਕ ਫਿਰ ਕੀ ਕਰਨਗੇ। ਹੁਣ ਦੇਖੋ, ਜਿਹੜੇ ਇਲਾਕੇ ਇੰਡੀਆ ਦੇ ਵਿੱਚ ਲਾ ਲਓ ਜਿੱਥੇ ਕਿਤੇ ਬਹੁਤ ਜ਼ਿਆਦਾ ਗਰੀਬੀ ਹੈ, ਉੱਥੇ ਨਕਸਲਵਾੜੀ ਜਿਹੜੀ ਮੂਵਮੈਂਟ ਆ ਉਹ ਕਿੰਨੀ ਭਖਦੀ ਹੈ। ਉੜੀਸਾ ਆ ਗਿਆ, ਤੁਸੀਂ ਆ ਪੰਜਾਬ ਦੇ ਵਿੱਚ ਹੁਣ ਤਾਂ ਚਲੋ ਪਾਣੀ ਆ ਗਿਆ, ਪਹਿਲਾਂ ਨਕਸਲਵਾੜੀ ਜਿਹੜੀ ਮੂਵਮੈਂਟ ਸੀ ਉਹ ਪੰਜਾਬ ਦੇ ਮਾਲ ਵਿੱਚ ਕਿਉਂ ਚੱਲੀ? ਉਹਦਾ ਕਾਰਨ ਕੀ ਸੀ? ਕਿਉਂਕਿ ਉੱਥੇ ਗਰੀਬੀ ਬਹੁਤ ਸੀ। ਜਦੋਂ ਗਰੀਬ ਗੁਰਬੇ ਕੋਲ ਕੁਝ ਬਚਦਾ ਨਹੀਂ ਹੈ, ਠੀਕ ਹੈ, ਤੇ ਉਹ ਫਿਰ ਕਹਿੰਦਾ ਠੀਕ ਹੈ ਯਾਰ, ਆਪਾਂ ਕੋਈ ਇਨਸਾਫ ਕਿੱਦਾਂ ਲੈ ਸਕਦੇ ਹਾਂ, ਫਿਰ ਬੰਦੂਕ ਦਾ ਸਹਾਰਾ ਲੈਂਦਾ। ਸੋ ਇਹ ਇਸ ਕਰਕੇ ਇਹ ਜਿਹੜੀ ਇਬਾਰਤ ਹੈ, ਇਹ ਭਾਵੇਂ ਤੁਸੀਂ ਸ਼੍ਰੀਲੰਕਾ ਦੇ ਲਗਾ ਲਓ, ਭਾਵੇਂ ਇੰਡੀਆ ਦੇ ਲਗਾ ਲਓ, ਭਾਵੇਂ ਪੰਜਾਬ ਤੇ ਸਪੈਸੀਫਿਕਲੀ ਲਗਾ ਲਓ, ਇਹਦੇ ਸਭ ਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਇੱਕੋ ਹੀ ਆਉਣਗੇ। ਹੁਣ ਮੈਂ ਆਉਣਾ ਇਹਦੇ ਤੇ ਵੀ ਸ਼੍ਰੀਲੰਕਾ ਦਾ ਜਿਹੜਾ ਕ੍ਰਾਈਸਿਸ ਹੈ ਬੜਾ ਗਹਿਰਾ, ਇਹਦਾ ਕੋਈ ਹੱਲ ਹੈਗਾ ਜਾਂ ਕੋਈ ਇੰਟਰਨੈਸ਼ਨਲ ਫੋਰਸਿਸ ਨੂੰ ਜਾਂ ਅਮਰੀਕਾ ਜਿਹੜੀਆਂ ਹੈਗੀਆਂ ਨੇ UNO, ਖਾਸ ਕਿਉਂਕਿ UNO ਹੀ ਕੰਟਰੋਲ ਕਰਦਾ ਸਾਰਾ, ਜਿਹੜੀ ਸਾਂਝੀ ਪੰਚਾਇਤ ਜਾਂ ਸਾਂਝੇ
ਇਹਨਾਂ ਨੂੰ ਅਦਰਵਾਈਜ਼ ਤੇ ਉੱਥੇ ਨਾਰਕੀ ਹੋ ਜਾਏਗੀ, ਕਤਲੋਗਾਰਤ ਹੋ ਜਾਏਗਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ। ਆਪੋ ਹੀ ਲੋਕ ਲੜਨਗੇ, ਭੁੱਖੇ ਮਰ ਜਾਣਗੇ, ਲੁੱਟ ਸੁੱਟ ਸ਼ੁਰੂ ਹੋ ਗਈ ਹੈ। ਰਾਜ ਜਿਹੜੇ ਨਾ ਪ੍ਰਾਈਮ ਮਿਨਿਸਟਰ ਦੇ ਘਰ 'ਚ ਵੜ ਗਏ, ਬੈਡਰੂਮ ਤੱਕ ਵੜ ਗਏ, ਔਰ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਉਹਦੇ ਵੜ ਗਏ, ਔਰ ਆਰਮੀ ਜਿਹੜੀ ਮੂਲ ਦਰਸ਼ਨ ਬਣੀ ਆ, ਗੋਲੀ ਨਹੀਂ ਚਲਾ ਰਹੀ ਇਸ ਕਰਕੇ ਕਿ ਆਪਣੇ ਹੀ ਲੋਕ ਨੇ। ਔਰ ਜਦੋਂ ਇਹੋ ਜਿਹੀ ਹਾਲਾਤ ਹੋ ਜੇ, ਖਾਨਾ ਜੰਗੀ ਜਿਹਨੂੰ ਕਹਿੰਦੇ ਆਪਾਂ, ਖਾਨਾ ਜੰਗੀ ਹੋ ਜਾਂਦੀ, ਸਿਵਲ ਵਾਰ ਹੋ ਗਈ। ਤੇ ਇਹ ਖਾਨਾ ਜੰਗੀ ਦੇ ਨੂੰ ਬਚਾਉਣ ਵਾਸਤੇ ਇੱਕ ਮੁਲਕ ਹੈ, ਬੜਾ ਵਧੀਆ ਮੁਲਕ ਹੈ। ਇਹਦੇ ਵਿੱਚ ਕੋਈ ਹੈ ਪਤਾ ਲੱਗ ਰਿਹਾ ਕੋਈ ਵੀ UNO ਜਾਂ ਅਮਰੀਕਨਸ ਜਾਂ ਚਾਈਨਾ ਜਾਂ ਕੋਈ ਐਸੀ ਜਿਹੜੀ ਆਪਣੀ ਸੁਸਾਇਟੀ ਬਣੀ ਹੈ ਸਾਡੇ UNO, ਖਾਸ ਕਰ UNO ਜਿਹੜਾ ਆ, ਜਾਂ ਵਰਲਡ ਬੈਂਕ ਆ, ਜਾਂ IMF ਹੈ, ਇਹ ਕੋਈ ਸੋਚ ਰਹੇ ਨੇ ਵੀ ਇਹਨੂੰ ਕਿੱਦਾਂ ਬਚਾਇਆ ਜਾਵੇ, ਜਾਂ ਕੋਈ ਐਸੀ ਸਰਕਾਰ ਡਿਵੈਲਪ ਕੀਤੀ ਜਿਸ ਤਰ੍ਹਾਂ ਅਮਰੀਕਾ ਗਿਆ ਸੀ ਇਰਾਕ ਦੇ ਵਿੱਚ, ਆਪਣੀ ਸਰਕਾਰ ਬਣਾਤੀ ਉਹਨੇ। ਹਾਂਜੀ, ਇਸ ਤਰ੍ਹਾਂ ਕੋਈ UNO ਸੋਚ ਰਿਹਾ ਵੀ ਉੱਥੇ ਕੋਈ ਐਸੀ ਸਟਰਕਚਰ ਤਿਆਰ ਕੀਤਾ ਜਾਵੇ, ਗਵਰਨਮੈਂਟ ਦਾ ਐਸਾ ਰੂਲਿੰਗ ਕਲਾਸ ਐਡਮਿਨਿਸਟ੍ਰੇਸ਼ਨ ਤਿਆਰ ਕੀਤੀ ਜਾਵੇ ਜਿਹੜੀ ਉਸ ਕੰਟਰੀ ਨੂੰ ਸੰਭਾਲ ਸਕੇ। ਦੇਖੋ ਸ਼ਰਮਾ ਜੀ, ਅਜੇ ਤੁਹਾਡੀ ਕੀ ਸੁਜੈਸ਼ਨ ਹੈ? ਦੇਖੋ ਸ਼ਰਮਾ ਜੀ, ਅਜੇ ਤੱਕ ਤਾਂ ਸਿਰਫ IMF ਦਾ ਹੀ ਗੱਲ ਚੱਲਦੀ ਪਈ ਹੈ ਕਿ IMF ਤੋਂ ਲੋਨ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਕ੍ਰਾਈਸਿਸ ਚੋਂ, ਜਿਹੜਾ ਇਕਨੋਮਿਕ ਕ੍ਰਾਈਸਿਸ ਹੈ, ਇਹ ਤੋਂ ਬਾਹਰ ਨਿਕਲਿਆ ਜਾਏ। ਲੋਨ ਦੇ ਵਿੱਚ ਹੈਡ ਏਡ ਜਿਹੜੀ ਆ ਜਾਂ ਸਪੋਰਟ ਕੀਤੀ ਜਾਏ ਜਾਂ ਸਬਸਿਡੀ ਕਰਾ, ਮੈਂ ਉੱਥੇ ਆਉਣਾ ਹੈ। ਸ਼ਰਮਾ ਜੀ ਦੇਖੋ, ਹਰ ਕੰਟਰੀ ਜਿਹੜਾ ਹੈ ਨਾ, ਉਹ ਜਦੋਂ ਵੀ ਦੂਜੇ ਦੇਸ਼ ਦੇ ਵਿੱਚ ਜਾਂਦਾ ਹੈ ਪੈਸੇ ਵੰਡਣ ਦੇ ਲਈ ਜਾਂ ਪੈਸੇ ਦੇਣ ਦੇ ਲਈ, ਭਾਵੇਂ ਲੋਨ ਹੈ ਭਾਵੇਂ ਏਡ ਹੈ, ਉਹਦੇ ਮਨ 'ਚ ਪਹਿਲਾਂ ਸਭ ਤੋਂ ਉੱਤੇ ਆਪਣਾ ਇੰਟਰਸਟ ਹੁੰਦਾ, ਨੈਚੁਰਲੀ ਹੈ, ਠੀਕ ਹੈ, ਕਿ ਜੇ ਮੈਂ ਇੱਥੇ 4 ਪੈਸੇ ਲਾਉਂਦਾ ਹੈਗਾ ਤਾਂ ਮੈਨੂੰ ਇਨ ਰਿਟਰਨ ਕੀ ਮਿਲਦਾ। ਜਦੋਂ ਸੋ ਕੋਈ ਵੀ ਜਿਹੜਾ ਦੇਸ਼ ਹੈ, ਜਿੰਨਾ ਮਰਜ਼ੀ, ਜਿੱਦਾਂ ਆਪਾਂ ਕਹਿੰਦੇ ਨਾ ਕਿ ਹਰ ਬੰਦੇ ਨੂੰ ਆਪਣੀ ਕਬਰ 'ਚ ਆਪ ਪੈਣਾ ਪੈਂਦਾ। ਸੋ ਜੇ ਆਪਾਂ ਕਹੀਏ ਕਿ ਸ਼੍ਰੀਲੰਕਾ ਵਾਲੇ ਹੁਣ ਡੁੱਬਦੇ ਪਏ ਹੈਗੇ ਆ, ਦੇਖੋ ਉਹਨਾਂ ਨੂੰ ਆਪਣੇ ਕ੍ਰਾਈਸਿਸ 'ਚ ਨਿਕਲਣਾ ਤਾਂ ਆਪ ਪਏਗਾ, ਆਪ ਹੀ ਉਹਨਾਂ ਨੂੰ ਐਫਰਟਸ ਕਰਨੇ ਪੈਣਗੇ, ਠੀਕ ਹੈ। ਪਰ ਹਾਂ, ਜੇ ਆਪਾਂ ਇਹ ਸੋਚੀਏ ਕਿ ਬਾਹਰੋਂ ਕੋਈ ਆਏਗਾ, ਉਹ ਬਾਹਰਲਾ ਜਿੰਨੇ ਵੀ ਲੋਕ ਆਣਗੇ, ਭਾਵੇਂ ਅਮਰੀਕਾ ਜਾਏ ਭਾਵੇਂ ਚਾਈਨਾ ਜਾਏ, ਉਹਨਾਂ ਦੀ ਆਪਣੇ ਆਪਣੇ ਪ੍ਰਾਈਸ ਟੈਗ ਹੈਗੇ ਆ। ਹਰ ਬੰਦੇ ਨੇ ਇਹ ਦੇਖਣਾ ਕਿ ਜੇ ਅਸੀਂ ਸ਼੍ਰੀਲੰਕਾ 'ਚ ਜਾਂਦੇ ਹਾਂ, ਸ਼੍ਰੀਲੰਕਾ ਦੇ ਲੋਕਾਂ ਦੇ ਅਥਰੂ ਪੂੰਝਦੇ ਆ, ਤੇ ਸਾਨੂੰ ਉਹਦੇ ਵਾਪਸੀ ਦੇ ਵਿੱਚ ਕੀ ਮਿਲਦਾ ਜਦੋਂ। ਸੋ ਜਿੱਥੋਂ ਤੱਕ ਆਪਣਾ UNO ਦਾ ਰੋਲ ਹੈ, ਮੇਰਾ ਖਿਆਲ ਨਹੀਂ ਕਿ ਅਜੇ UNO ਨੇ ਇਸ ਕੇਸ ਨੂੰ ਕੋਈ ਬਹੁਤਾ ਸੀਰੀਅਸਲੀ ਲਿਆ। ਮੈਂ ਜਿਹੜਾ ਮੀਡੀਆ ਦੇ ਵਿੱਚ ਕੋਈ ਅਜੇ ਐਸਾ ਉਹਨਾਂ ਵੱਲੋਂ ਮੂਵ ਨਹੀਂ ਦੇਖਿਆ, ਐਕਸੈਪਟ ਇਹ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਸੰਗੀਨ ਇਸ ਦੀ ਜਿਹੜੀ ਹੈ ਨਾ, ਇਸ ਨੂੰ ਰੈਕਗਨਾਈਜ਼ ਕੀਤਾ ਕ੍ਰਾਈਸਿਸ ਹੈ, ਪਰ ਉਸ ਕ੍ਰਾਈਸਿਸ ਨੂੰ, ਉਸ ਟਰਬਲ ਸ਼ੂਟਿੰਗ ਵੱਲੋਂ ਉਸ ਨੂੰ ਖਤਮ ਕਰਨ ਦੇ ਲਈ ਜਿਹੜਾ UNO ਬਾਡੀ ਵੱਲੋਂ ਅਜੇ ਕੋਈ ਵੀ ਜਿਹੜਾ ਐਫਰਟਸ ਹੈ ਉਹ ਨਹੀਂ ਕੀਤੇ ਗਏ ਹੈਗੇ ਆ। ਸ਼ਰਮਾ ਜੀ ਇਸ਼ਾਰਾ ਆ ਰਿਹਾ, ਕਹਿੰਦੇ 5 ਮਿੰਟ ਹੋਰ ਹੈਗੇ ਆ ਬਸ। ਆਪਾਂ ਇਹਦੇ ਵਿੱਚ ਇੱਕੋ ਹੀ ਚੀਜ਼ ਕਰਨੀ ਹੈ ਕਿ ਸਾਰਕ ਕੰਟਰੀ ਦਾ ਮੈਂਬਰ ਹੈ। ਹਾਂਜੀ। ਔਰ ਅਗਰ ਇਹ ਏਸ਼ੀਆ ਦੇ ਜਿੱਦਾਂ ਇੰਡੀਆ ਆ, ਨਾ ਚਾਈਨਾ ਆ, ਬੰਗਲਾਦੇਸ਼ ਆ, ਹੋਰ ਮਿਆਂਮਾਰ ਆ, ਇਹ ਗਵਾਂਢੀ ਸਾਰੇ ਮੁਲਕ ਨੇ, ਅਗਰ ਇਹ ਸੰਭਾਲਦਾ ਨਹੀਂ ਤੇ ਇਹਦਾ ਇੰਡੀਆ ਤੇ ਵੀ ਬਹੁਤ ਵੱਡਾ ਅਸਰ ਪੈ ਸਕਦਾ। ਜਿਸ ਤਰ੍ਹਾਂ ਕਿ ਇੰਡੀਆ 'ਚ ਵੀ ਬੜਾ ਇਨਫਰਾਸਟ੍ਰਕਚਰ ਤੇ ਜ਼ੋਰ ਦਿੱਤਾ ਹੈ, ਔਰ ਜਿੰਨੇ ਵੀ ਸਾਧਨ ਨੇ ਸਾਰੇ ਇਨਫਰਾਸਟ੍ਰਕਚਰ ਦੇ ਡਿਵੈਲਪ ਕੀਤੇ ਜਾ ਰਹੇ ਆ, ਨਾ ਕੋਈ ਮੈਨੂਫੈਕਚਰਿੰਗ ਯੂਨਿਟ ਤਿਆਰ ਕੀਤਾ ਜਾ ਰਿਹਾ, ਨਾ ਕੋਈ ਬੇਰੁਜ਼ਗਾਰੀ ਵਾਸਤੇ ਕੀਤਾ ਜਾ ਰਿਹਾ, ਸੜਕਾਂ ਦਾ ਜਾਲ ਵਿਛਾਈ ਜਾ ਰਿਹਾ, ਲੋਨ ਲਿਆ ਜਾ ਰਿਹਾ, ਉਹਦੀ ਵੀ ਰਿਪੋਰਟ ਆਈ ਵੀ ਰਿਕਵਰੀ ਨਹੀਂ ਹੋ ਰਹੀ ਉਹਦੀ। ਕਿਤੇ ਇਹਦਾ ਅਸਰ ਕਿਤੇ ਇੰਡੀਆ ਤੇ ਤਾਂ ਨਹੀਂ ਹੋ ਜਾਊਗਾ? ਦੇਖੋ ਸ਼ਰਮਾ ਜੀ, ਮੈਂ ਤਾਂ ਇਹੀ ਸਮਝਦਾ ਹੁੰਦਾ ਕਿ ਬਜਾਏ ਇਸ ਦੇ ਕਿ ਜੇ ਆਪਾਂ ਨੂੰ ਪਤਾ ਹੈ ਕਿ ਅੱਗ 'ਚ ਹੱਥ ਪਾਉਣ ਨਾਲ ਹੱਥ ਸੜਦਾ ਹੈ, ਤੇ ਬੈਟਰ ਹੈ ਵੀ ਤੁਸੀਂ ਲੋਕਾਂ ਦੇ ਜਿੱਦਾਂ ਦੇ ਹੱਥ ਸੜਿਆ ਉਹਨੂੰ ਬੇਸ ਬਣਾ ਕੇ ਤੁਸੀਂ ਆਪਣਾ ਹੱਥ ਨਾ ਵਿੱਚ ਪਾਓ। ਦੇਖੋ ਅਕਲਮੰਦੀ ਤਾਂ ਇਸੇ 'ਚ ਹੈ ਨਾ, ਦੂਜੇ ਦੇ ਤਜਰਬੇ ਤੁਸੀਂ ਸਿੱਖਦੇ ਹੋ। ਹੁਣ ਸਾਡੇ ਨਾਲ ਬਿਲਕੁਲ ਗੁਆਂਢ ਦੇ ਵਿੱਚ ਐਗਜ਼ਾਮਪਲ ਬਣੀ ਹੋਈ ਹੈ ਕਿ ਜੇ ਤੁਸੀਂ ਆਪਣੀ ਇਕਨੋਮੀ ਨੂੰ ਨਹੀਂ ਸੰਭਾਲੋਗੇ, ਠੀਕ ਹੈ, ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਇਹਨਾਂ ਨੂੰ ਲੜਾ ਕੇ ਤੁਸੀਂ ਦੇਸ਼ ਦੇ ਵਿੱਚ ਜਿਹੜਾ ਹੈ ਇੱਕ ਕ੍ਰਾਈਸਿਸ ਵਾਲੀ ਸਿਚੁਏਸ਼ਨ ਪੈਦਾ ਕਰੋਗੇ, ਤਾਂ ਉਹਦਾ ਰਿਜ਼ਲਟ ਉਹੀ ਹੋਏਗਾ ਜੋ ਸ਼੍ਰੀਲੰਕਾ 'ਚ ਹੋਇਆ। ਸੋ ਹੁਣ ਇਹੋ ਹੀ ਸਿਗਨਲ ਵੀ ਆ ਰਿਹਾ ਹੈ। ਦੇਖੋ ਜਿੱਦਾਂ ਹੁਣ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਇੰਡੀਆ 'ਚ ਵੀ ਉਹੀ ਪੋਲਰਾਈਜੇਸ਼ਨ ਦੀ ਪਾਲਿਸੀਜ਼ ਚੱਲ ਰਹੀਆਂ ਵੀ ਮਾਈਨੋਰਿਟੀਜ਼ ਨੂੰ ਉਦਾਂ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸੇ ਤਰੀਕੇ ਨਾਲ ਜਿਹੜਾ ਹੈਗਾ ਮੋਦੀ ਸਾਹਿਬ ਵੱਲੋਂ ਜਿਹੜੀ ਇਕਨੋਮਿਕ ਪਾਲਿਸੀਜ਼ ਹੈ ਜਾਂ ਜਿਹੜਾ ਇਕਨੋਮਿਕ ਫਰੰਟ ਦੇ ਉੱਤੇ ਇਨਜਸਟਿਸ ਹੋ ਰਿਹਾ, ਉਹਨਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਉਹ ਟੋਟਲ ਫੇਲਿਅਰ ਹੈ। ਇਕਨੋਮਿਕ ਫਰੰਟ ਤੇ ਜਿਹੜੀ ਮੋਦੀ ਸਰਕਾਰ ਹੈ ਉਹ ਟੋਟਲ ਫੇਲਿਅਰ ਹੈ, ਔਰ ਇਸੇ ਤਰੀਕੇ ਨਾਲ ਜਿਹੜੀਆਂ ਵੱਖਰੀਆਂ ਕਮਿਊਨਿਟੀਜ਼ ਹੈ ਉਹਨਾਂ ਨਾਲ ਜਿਹੜੇ ਰਿਲੇਸ਼ਨਸ ਹੈ ਉਹ ਖਰਾਬ ਹੈ। ਇਸੇ ਤਰੀਕੇ ਨਾਲ ਜਿਹੜੇ ਇਹਨਾਂ ਦੇ ਫੋਰਨ ਰਿਜ਼ਰਵਸ ਹੈਗੇ ਆ ਉਹ ਅੱਗੇ ਨਾਲ ਘਟਦੇ ਜਾ ਰਹੇ ਆ। ਇਸੇ ਤਰੀਕੇ ਨਾਲ ਜਿਹੜਾ ਇੰਡੀਆ ਹੈਗਾ, ਇਹਦੇ ਜਿਹੜੇ
ਇਹ ਜਿਹੜੀ ਕਰੰਸੀ ਇਹਨਾਂ ਦੀ ਹੈ ਘਟਦੀ ਉਹ ਹੈ। ਡਿਊ ਵੈਲਿਊ ਹੋ ਰਹੀ ਹੈ ਦਿਨ ਬ ਦਿਨ, ਯੂ ਨੋ ਰਿਜ਼ਰਵ ਘਟ ਰਿਹਾ, ਰਿਜ਼ਰਵਸ ਘਟ ਰਹੇ ਹੈ। ਫੋਰਨ ਰਿਜ਼ਰਵ ਘਟ ਰਿਹਾ। ਅੱਛਾ, ਫਿਰ ਇਹ ਹੈ ਕਿ ਕਿਸੇ ਪਾਸਿਓਂ ਜਿੱਦਾਂ ਉੱਥੇ ਸ਼੍ਰੀਲੰਕਾ 'ਚ ਹੈਗਾ, ਇੱਥੇ ਵੀ ਬਿਨਾਂ ਕਿਸੇ ਗੱਲ ਤੋਂ ਸੈਡੀਸ਼ਨ ਲਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ। ਕਈ ਜਿਹੜੇ ਜਰਨਲਿਸਟ ਹੈ ਜਾਂ ਤਾਂ ਉਹਨੂੰ ਅੰਦਰ ਕਰ ਦਿੱਤਾ ਜਾਂ ਉਹ ਵਿਚਾਰੇ ਮਾਰੇ ਗਏ। ਆ ਰਹੀ ਸੇਮ ਸੋ ਬੜੀਆਂ ਚੀਜ਼ਾਂ ਕਾਮਨ ਚੀਜ਼ਾਂ ਹੈਗੀਆਂ ਜਿਹੜੀਆਂ ਇੰਡੀਆ 'ਚ ਹੋ ਰਹੀਆਂ। ਤਾਂ ਸ਼ਰਮਾ ਜੀ, ਮੈਂ ਤੁਹਾਨੂੰ ਓਨੈਸਟਲੀ ਦੱਸ ਰਿਹਾ ਕਿ ਮੈਨੂੰ ਕਈ ਵਾਰ ਆਉਂ ਲੱਗਦਾ ਹੈ ਕਿ ਜੇ ਇੰਡੀਆ ਨੇ ਇਹਨਾਂ ਜਿਹੜੀਆਂ ਚੀਜ਼ਾਂ ਹੁਣ ਚੱਲ ਰਹੀਆਂ ਇਹਨਾਂ ਉੱਤੇ ਨੱਥ ਨਾ ਪਈ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਸਾਡੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਸ਼੍ਰੀਲੰਕਾ ਵਰਗੀ ਬਣ ਜੇ। ਇਸੇ ਤਰ੍ਹਾਂ ਰਿਪੋਰਟਾਂ ਆ ਰਹੀਆਂ, ਇੰਟਰਨੈਸ਼ਨਲ ਮੀਡੀਆ ਦੇ ਵੀ ਆ ਰਹੀਆਂ, ਇੰਡੀਅਨ ਮੀਡੀਆ ਦੀ ਜਿਹੜਾ ਪ੍ਰੋਫੈਸ਼ਨਲ ਮੀਡੀਆ ਉਹ ਵੀ ਦੇ ਰਿਹਾ ਖਤਰੇ ਦੀ ਘੰਟੀ ਜਿਹੜੀ ਆ ਉਹ ਵੱਜ ਰਹੀ ਹੈ ਹਿੰਦੁਸਤਾਨ ਦੀ ਆਰਥਿਕਤਾ ਤੇ। ਔਰ ਇਹ ਇੰਡੀਆ ਨੂੰ ਸਬਕ ਲੈਣਾ ਚਾਹੀਦਾ, ਅਦਰਵਾਈਜ਼ ਐਡਾ ਵੱਡਾ ਮੁਲਕ ਆ, ਬੜੇ ਤਰੀਕੇ ਨਾਲ ਖੜਾ ਕੀਤਾ ਸੀ, ਇਹ ਬੜੀ ਹੌਲੀ ਹੌਲੀ ਡਿਵੈਲਪ ਕਰਕੇ ਕਿਤੇ ਇਹ ਨਾ ਹੁੰਦੀ ਹੈ ਵੀ ਤੈਸ਼-ਨੈਸ਼ ਉੱਤੇ ਸੰਭਾਲਿਆ ਨਹੀਂ ਜਾਣਾ। ਨਹੀਂ ਸ਼ਰਮਾ ਜੀ, ਇੱਕ ਹੋਰ ਵੀ ਹੈ ਨਾ, ਉੱਥੇ ਤਾਂ ਚਲੋ 2-3 ਕਰੋੜ ਦੀ ਪਾਪੂਲੇਸ਼ਨ ਹੈ ਸ਼੍ਰੀਲੰਕਾ 'ਚ, 100 ਕਿੰਨੇ ਕਰੋੜ ਦੀ ਹੈ, ਇੱਥੇ 140 ਕਰੋੜ ਦੀ ਪਾਪੂਲੇਸ਼ਨ ਹੈ। ਠੀਕ ਤੁਸੀਂ ਦੇਖੋ ਨਾ ਕ੍ਰਾਈਸਿਸ ਆਪਣਾ ਆਪਣੇ ਹਿਊਮਨ ਰਿਸੋਰਸਿਸ ਜਾਂ ਪਾਪੂਲੇਸ਼ਨ ਦੇ ਐਂਗਲ ਤੋਂ ਜੇ ਤੁਸੀਂ ਦੇਖੀਏ ਤਾਂ ਐਡਾ ਵੱਡਾ ਸਾਡੇ ਕ੍ਰਾਈਸਿਸ ਬਣ ਸਕਦਾ ਹੈ ਜੇ ਇੱਥੇ ਕਿਸੇ ਚੀਜ਼ ਦਾ ਕੰਟਰੋਲ ਖਤਮ ਹੋ ਗਿਆ ਤਾਂ। ਤੁਸੀਂ ਦੇਖੋ ਕਿੱਧਰ ਨੂੰ ਗੱਲ ਜਾਏਗੀ। ਬਹੁਤ ਬੁਰਾ ਹਾਲ ਹੋਣਾ, ਬਹੁਤ ਬੁਰਾ, ਜਿੱਦਾਂ ਪਾਕਿਸਤਾਨ ਹਿੰਦੁਸਤਾਨ ਵਾਲੇ ਹੋਇਆ ਸੀ ਇਦਾਂ। ਸੋ ਮੈਂ ਕਹਿੰਦਾ ਕਿ ਅਸੀਂ ਤਾਂ ਇਹੀ ਪ੍ਰੇ ਕਰਦੇ ਹਾਂ ਕਿ ਸਰਕਾਰ ਜਿਹੜਾ ਇਸ ਵੱਲ ਧਿਆਨ ਦੇ। ਆਪਾਂ ਜਾਂਦੇ ਜਾਂਦੇ ਇੱਕ ਚੀਜ਼ ਕਰ ਲਈਏ, ਇੱਕ ਕੋਈ ਲੈਸਨ ਲਏ। ਠੀਕ ਹੈ, ਨਹੀਂ ਸ਼ਰਮਾ ਜੀ ਇਸ਼ਾਰਾ ਹੋ ਰਿਹਾ, ਕਹਿੰਦੇ ਬੰਦ ਕਰੋ ਕਿਉਂਕਿ ਉਹ ਸਮਾਂ ਹੋ ਗਿਆ। ਬਾਕੀ ਨੈਕਸਟ ਚਲੋ ਠੀਕ ਹੈ, ਕਰ ਲਵਾਂਗੇ। ਠੀਕ ਹੈ ਯਾ ਫਿਰ ਕਾਲੀ 'ਚ ਜਿਹੜਾ ਹੈ ਸਵਾਲ ਹਾਂ ਚਲੋ ਠੀਕ ਹੈ ਪ੍ਰੋਗਰਾਮ ਕਰਦੇ। ਸਮਾਂ ਹੋ ਹੀ ਗਿਆ ਲੱਗਦਾ। ਹਾਂਜੀ ਸਮਾਂ ਹੋ ਗਿਆ ਜੀ। ਦਰਸ਼ਕੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਜ ਸ਼੍ਰੀਲੰਕਾ ਤੇ ਕੀਤਾ, ਹਿੰਦੁਸਤਾਨ ਨੂੰ ਸਬਕ ਲੈਣਾ ਚਾਹੀਦਾ। ਅਦਰਵਾਈਜ਼ ਜਿਹੜਾ ਬਹੁਤ ਵੱਡਾ ਮੁਲਕ ਹੈ ਹਿੰਦੁਸਤਾਨ, ਅਗਰ ਇੱਥੇ ਹਾਲਾਤ ਇਹੋ ਜਿਹੇ ਹੋਏ, ਅਸੀਂ ਉਮੀਦ ਕਰਦੇ ਹਾਂ, ਪ੍ਰਾਰਥਨਾ ਵੀ ਕਰਦੇ ਹਾਂ ਵੀ ਐਸੇ ਹਾਲਾਤ ਨਾ ਪੈਦਾ ਹੋਣ, ਤੇ ਅਪੀਲ ਵੀ ਕਰਦੇ ਹਾਂ ਉੱਥੋਂ ਦੀ ਲੀਡਰਸ਼ਿਪ ਨੂੰ, ਉੱਥੋਂ ਦੇ ਸਿਸਟਮ ਨੂੰ ਕਿ ਸੰਭਲਣ, ਕਰਪਸ਼ਨ ਤੇ ਨੱਥ ਪਾਉਣ, ਔਰ ਜੋ ਉੱਥੇ ਜ਼ਰੂਰਤ ਹੈ ਇਨਜਸਟਿਸ ਆਫ ਇਕਨੋਮੀ ਜਿਹੜੀ ਹੈ, ਇਕੁਇਲਿਬਰੀਅਮ ਆ ਰਿਹਾ, ਉਹਨੂੰ ਕੰਟਰੋਲ ਕਰਨ ਤਾਂ ਕਿ ਉਹ ਮੁਲਕ ਬਚ ਜਾਵੇ ਔਰ ਆਪਾਂ ਲੈਸਨ ਲਈਏ ਸ਼੍ਰੀਲੰਕਾ ਤੋਂ। ਤੇ ਛੋਟੇ ਜਿਹੇ ਸਭ ਲੈਸਨ ਤੋਂ ਆਪਾਂ ਬੜਾ ਵੱਡਾ ਲੈਸਨ ਲੈ ਸਕਦੇ ਹਾਂ ਤਾਂ ਕਿ ਉਹ ਮੁਲਕ ਨੂੰ ਆਪਾਂ ਸੰਭਾਲ ਸਕੀਏ। ਔਰ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ, ਜੇ ਪੋਜ਼ਿਟਿਵ ਲੈਸਨ ਲੈਣਾ ਤਾਂ ਬੰਗਲਾਦੇਸ਼ ਤੋਂ ਲਓ। ਬੰਗਲਾਦੇਸ਼ ਵੇਖੋ ਕਿੰਨਾ ਕ੍ਰਾਈਸਿਸ ਨਿਕਲਿਆ ਔਰ ਉਹ ਕਿੱਦਾਂ ਤਰੱਕੀ ਕਰ ਰਿਹਾ, ਉਹਦੇ ਵੱਲ ਜਾਓ। ਤੇ ਚੰਗੀ ਲੀਡਰਸ਼ਿਪ, ਇਮਾਨਦਾਰ ਲੀਡਰਸ਼ਿਪ ਚਾਹੀਦੀ ਹੈ ਔਰ ਜੇ ਦੇਸ਼ ਨੂੰ ਬਚਾ ਸਕਦੀ ਹੈ। ਔਰ ਇਹ ਜਿਹੜੀਆਂ ਛੋਟੀ ਛੋਟੀਆਂ ਹਰਕਤਾਂ, ਕਮੀਨੀਆਂ ਜਿਹੀਆਂ ਹਰਕਤਾਂ ਹੁੰਦੀਆਂ, ਪੋਲਰਾਈਜੇਸ਼ਨ, ਇਹ ਉਹ ਸਾਰੇ ਧਰਮਾਂ ਲੜਾਉਣਾ, ਇਹ ਕੋਈ ਚੰਗੀ ਗੱਲ ਨਹੀਂ ਹੁੰਦੀ। ਇਹਨਾਂ ਦੇਸ਼ ਸੁਧਰਦੇ ਨਹੀਂ, ਵਿਗੜਦੇ ਹੀ ਹੈ। ਇਹਨਾਂ ਸ਼ਬਦਾਂ ਨਾਲ ਅਸੀਂ ਇਜਾਜ਼ਤ ਚਾਹੁੰਦੇ ਹਾਂ। ਉਮੀਦ ਹੈ ਕਿ ਤੁਹਾਨੂੰ ਇਹ ਤੁਹਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਹਾਡੇ ਜਵਾਬਾਂ ਦਾ, ਤੁਹਾਡੇ ਕਮੈਂਟਸ ਦਾ ਔਰ ਤੁਹਾਡੀ ਲਾਈਕਿੰਗ ਨਾਲ ਅਸੀਂ ਇੰਤਜ਼ਾਰ ਕਰਾਂਗੇ। ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।